बुखार आ रहा, सवेरे बैड तो उठिया नहीं जाता, आधा पौना घंटा लग जाता हैगा, हथ पैर उंगलियां मुड़ना शुरू हो रही हैं, छोटे जोड़ दुखना शुरू हो रहे हैं, या सारा दिन बुखार बुखार की फीलिंग आती है, किसी नाल बोलने का मन नहीं करता, सुस्ती रहिंदी हैगी। ਜਦੋਂ यूरिक एसिड वध गया ਉਹਦੇ ਲਈ मैं होम रैमेडी ਤੁਹਾਨੂੰ ਦੱਸਦੀ हैगी, 1 या 2 ਆਮਲੇ रोज़ खाना शुरू कर लो और अनाज घटा दो। 3 ਵਾਰੀ नहीं खाना, 2 ਵਾਰੀ खाओ। जे तुहानू गठिया हैगा 1 घंटा रोज़ धुप च बैठो और उत्थे बिल्कुल हल्कियां फुल्कियां एक्सरसाइजां करो, बिल्कुल हल्कियां हल्कियां हौले हौले, जिवें आपां किसी बच्चे नूं या कोई बैड ते पिया मरीज़ उहनूं करवांदे ने उदां करो। हुण काफ़ी पेशेंट की करते हैं, जे उन्होंने यूरिक एसिड वध जाता तो वो कोई भी अंग्रेजी दवाई लैंदे रहंदे ने, जदों छड्ड दिंदे ने दवाई तो उस तो 15 दिन या महीने बाद फिर यूरिक एसिड वधिया हुंदा। जिस मरीज़ नूं 25 साल तो गठिया है, 30 साल तो गठिया है, तो तुसीं की समझदे हो कि आयुर्वेद उहनूं 2 महीने च ठीक कर देगा? नहीं हुंदा, नहीं हुंदा। जे तुहानूं 25-30 साल पुरानी बीमारी है तो घट तो घट तुहानूं थोड़ा जिहा पेशेंस लैके चलना पैना कि तुसीं साल 2 साल च पूरी तरह ठीक हो सकते हो। लेकिन इहदे च खाने का परहेज बहुत ज़्यादा ज़रूरी हैगा, वो तुहानूं हर हालत च ही फॉलो करना ही पेगा। गठिया ਤਾਂ 100 ਤੇ ਜ਼ਿਆਦਾ ਟਾਈਪ ਦਾ ਗਠੀਆ ਹੈਗਾ। ਹੁਣ ਆਪਾਂ ਰਿਊਮੈਟਿਡ ਆਰਥਰਾਈਟਿਸ ਦੀ ਗੱਲ ਕਰਦੇ ਹਾਂ ਤਾਂ ਸਾਰੇ ਤੋਂ ਪਹਿਲੇ ਤੁਹਾਨੂੰ ਜਿਹੜੀ ਜਾਂਚ ਕਰਾਣੀ ਚਾਹੀਦੀ ਉਹ ਯੂਰਿਕ ਐਸਿਡ। ਬੇਸਿਕ ਜਦੋਂ ਵੀ ਵਧੇਗਾ ਯੂਰਿਕ ਐਸਿਡ ਤੋਂ ਹੀ ਸ਼ੁਰੂਆਤ ਹੁੰਦੀ ਹੈਗੀ। 5 ਸਾਲ ਦੇ ਬੱਚੇ, 12 ਸਾਲ ਦੇ ਬੱਚੇ, 18 ਸਾਲ ਦੀਆਂ ਬੱਚੀਆਂ, ਮਤਲਬ ਮੈਂ ਇੰਨੀਆਂ ਦੇਖੀਆਂ ਜਿਨ੍ਹਾਂ ਦੇ ਗੋਡਿਆਂ 'ਚ ਪਾਣੀ ਭਰ ਜਾਂਦਾ, ਏਡੇ ਏਡੇ ਸੁੱਜ ਜਾਂਦੇ ਹੈਗੇ। ਬੱਚਿਆਂ ਨੂੰ ਇੰਨੀ ਪ੍ਰੋਬਲਮ ਆਈ ਹੋਈ ਹੈ, ਛੋਟੇ ਛੋਟੇ ਬੱਚੇ ਸਟੀਰੋਇਡ ਮੈਡੀਕੇਸ਼ਨਸ ਤੇ ਪੈ ਗਏ ਹੋਏ ਹੈਗੇ ਕਿਉਂਕਿ ਉਹਨਾਂ ਕੋਲ ਚੋਇਸ ਨਹੀਂ ਹੈਗੀ, ਸ਼ਾਇਦ ਉਹਨਾਂ ਨੂੰ ਪਤਾ ਵੀ ਨਹੀਂ ਹੈਗਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਰਹਿਮਤ ਟੀਵੀ ਤੇ ਮੈਂ ਹਰਵਿੰਦਰ ਖੰਨਾ ਸਵਾਗਤ ਕਰਦਾ। ਅੱਜ ਦੇ ਸਮੇਂ ਦੇ ਵਿੱਚ ਭਾਵੇਂ ਬਥੇਰੀ ਤਰੱਕੀ ਕਰ ਲਈ, ਨਵੀਆਂ ਕਾਢਾਂ ਕੱਢ ਲਈਆਂ, ਉੱਥੇ ਆਪਾਂ ਨਵੀਆਂ ਬਿਮਾਰੀਆਂ ਵੀ ਕੱਢ ਲਈਆਂ। ਅਕਸਰ ਮੈਂ ਇਹ ਗੱਲ ਸੁਣਦਾ ਹੁੰਦਾ ਕਿ ਯਾਰ ਮੈਂ 4 ਪੌੜੀਆਂ ਚੜ੍ਹਿਆ ਤੇ ਮੇਰੇ ਦੁਖਣ ਲੱਗ ਗਏ ਭਾਈ ਗੋਡੇ, ਮੇਰੇ ਤੋਂ ਨਹੀਂ ਹੁਣ ਇੰਨਾ ਚੜ੍ਹ ਹੁੰਦਾ। ਇਹ ਚੀਜ਼ਾਂ ਨਾ ਬਹੁਤ ਛੇਤੀ ਇੱਕ, ਮੈਂ ਇਹ ਨਹੀਂ ਕਹੂੰਗਾ ਕਿ ਭਾਈ ਹੁਣ ਬਜ਼ੁਰਗਾਂ ਦੇ ਵਿੱਚ ਆ ਗਈ, ਹੁਣ ਇਹ ਆਮ ਤੁਹਾਡੇ ਮੇਰੇ ਵਰਗੇ ਵਿੱਚ ਵੀ ਇਹ ਆਮ ਦੇਖਣ ਨੂੰ ਮਿਲ ਰਹੀ ਆ। ਪਤਾ ਨਹੀਂ ਕਿਉਂ ਆਪਾਂ ਖਾਣ ਪਾਣ ਦਾ ਧਿਆਨ ਨਹੀਂ ਰੱਖ ਰਹੇ, ਪਤਾ ਨਹੀਂ ਆਪਣੀ ਹਵਾ ਆਪਾਂ ਕਹਿ ਦਈਏ ਇਹੋ ਜਿਹੀ ਆ ਗਈ ਹੁਣ ਕਿ ਇੱਕ ਬਿਮਾਰੀਆਂ ਵਾਲੀ ਹਵਾ ਚੱਲ ਰਹੀ ਹੈ। ਜਿਵੇਂ ਕਿ ਮੈਂ ਦਰਸ਼ਕੋ ਅਕਸਰ ਇਹ ਗੱਲ ਕਰਦਾ ਰਹਿਣਾ ਕਿ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਅਸੀਂ ਕਿਤੇ ਨਾ ਕਿਤੇ ਜਿਹੜੇ ਲੋਕ ਬਿਮਾਰੀ ਨਾਲ ਜੂਝ ਰਹੇ ਨੇ ਜਾਂ ਕਿਸੇ ਐਸੀ ਬਿਮਾਰੀ ਨਾਲ ਥਾਂ 'ਤੇ ਧੱਕੇ ਖਾ ਕੇ ਦੇਖ ਲਏ, ਲੱਭ ਨਹੀਂ ਰਿਹਾ, ਕੋਈ ਇਲਾਜ ਨਹੀਂ ਮਿਲ ਰਿਹਾ, ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਤੁਹਾਨੂੰ ਐਸੀ ਵੀਡੀਓਜ਼ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹੀਏ ਕਿ ਕਿਤੇ ਤਾਂ ਸਹੀ ਕਿਸੇ ਦੀ ਕੋਈ ਐਸੀ ਵੀਡੀਓ ਬਣਾਉਣ ਨਾਲ ਕਿਸੇ ਬੰਦੇ ਦਾ ਭਲਾ ਹੋ ਜਾਵੇ, ਜਾਂ ਉਹ ਇਸ ਬਿਮਾਰੀ ਨਾਲ ਜੂਝ ਰਿਹਾ ਹੋਵੇ ਜਾਂ ਕੋਈ ਦਰਦ ਨਾਲ ਤੜਫ ਰਿਹਾ ਹੋਵੇ, ਇਸ ਵੀਡੀਓ ਰਾਹੀਂ ਉਸ ਨੂੰ ਉਸ ਦਰਦ ਤੋਂ ਮੁਕਤੀ ਮਿਲ ਜਾਵੇ। ਅਸੀਂ ਅੱਜ ਲੁਧਿਆਣੇ ਸ਼ਹਿਰ ਦੇ ਵਿੱਚ ਬੈਠੇ ਹਾਂ, ਡਾਕਟਰ ਸ਼ਾਰਦਾ ਮੈਮ ਸਾਡੇ ਨਾਲ ਹੋਣਗੇ। ਅੱਜ ਅਸੀਂ ਗੱਲ ਕਰਾਂਗੇ ਗਠੀਏ ਦਾ। ਗਠੀਆ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਪਹਿਲਾਂ ਲੋਕਾਂ ਨੂੰ ਨਹੀਂ ਪਤਾ ਚੱਲਦਾ, ਉਹ ਇਹ ਸੋਚ ਲੈਂਦੇ ਨੇ ਕਿ ਸ਼ਾਇਦ ਕੋਈ ਗੱਲ ਨਹੀਂ, ਇੱਕ ਆਮ ਹੈ ਪੇਨ ਆ, ਕੋਈ ਗੱਲ ਨਹੀਂ ਹੋ ਜੂਗਾ ਠੀਕ, ਚੱਕ ਇੱਕ ਪੇਨ ਕਿਲਰ ਖਾਂਦੇ ਆ, ਸੈੱਟ ਹੋ ਜਾਵਾਂਗੇ। ਪਰ ਨਹੀਂ, ਆਪਾਂ ਸ਼ੁਰੂਆਤ ਦੇ ਲੱਛਣ ਦੇ ਵਿੱਚ ਸਭ ਨੂੰ ਬਹੁਤ ਦੇਰ ਜਾ ਕੇ ਪਤਾ ਚੱਲਦਾ ਆ ਕਿ ਭਾਈ ਹੁਣ ਆਹ ਪ੍ਰੋਬਲਮ ਆ ਗਈ ਹੈ। ਮੈਮ ਸਾਡੇ ਨਾਲ ਨੇ, ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਕੀ ਲੱਛਣ ਹੁੰਦੇ ਨੇ, ਕਿਵੇਂ ਬਚਾਅ ਕਰ ਸਕਦੇ ਹਾਂ। ਮੈਮ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਮੈਮ, ਕਿਵੇਂ ਹੋ? ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਦੱਸੋ? ਮੈਮ ਮੈਂ ਗੱਲ ਕਰ ਲਈ ਜੀ, ਇਹ ਕੀ ਇਹਦੇ ਲੱਛਣ ਪੈ ਜਾਂਦੇ ਨੇ? ਲੋਕੀ ਪਹਿਲਾਂ ਤਾਂ ਪਤਾ ਹੀ ਨਹੀਂ ਚੱਲਦਾ ਕਿ ਭਾਈ ਹੁਣ ਸਾਨੂੰ ਆਹ ਪ੍ਰੋਬਲਮ ਆ ਰਹੀ ਆ। ਦੇਖੋ, ਜਿਹੜਾ ਗਠੀਆ ਹੈਗਾ ਇਹਨੂੰ ਆਪਾਂ ਇੱਕ ਆਮ ਬਿਮਾਰੀ ਦੀ ਸ਼੍ਰੇਣੀ 'ਚ ਨਹੀਂ ਰੱਖਦੇ, ਇਹ ਬਹੁਤ ਜ਼ਿਆਦਾ ਕੰਪਲਿਕੇਟਡ ਇੱਕ ਬਿਮਾਰੀ ਹੁੰਦੀ ਹੈਗੀ ਔਰ ਇਸ ਬਿਮਾਰੀ ਦਾ ਤੁਸੀਂ ਘਰ ਬੈਠੇ ਉਪਚਾਰ ਮੇਰੇ ਹਿਸਾਬ ਨਾਲ ਨਾ ਕਰੋ ਤਾਂ ਜ਼ਿਆਦਾ ਵਧੀਆ ਹੁੰਦਾ ਹੈਗਾ। ਲੇਕਿਨ ਇਹ ਕੁਐਸਚਨ ਕਿ ਕਿਵੇਂ ਆਪਾਂ ਨੂੰ ਪਤਾ ਚੱਲੇਗਾ ਕਿ ਕਿਆ ਇਹ ਗਠੀਆ ਹੀ ਹੈ, ਸ਼ੁਰੂਆਤੀ ਦੌਰ 'ਚ ਇਹ ਘਰ ਬੈਠੇ ਜਾਣਕਾਰੀ ਪਾ ਲੈਣਾ ਤੁਹਾਡੇ ਲਈ ਔਖਾ ਹੋ ਜਾਏਗਾ, ਸਮਝਣਾ ਔਖਾ ਹੋ ਜਾਏਗਾ ਕਿਉਂਕਿ ਕਈ ਵਾਰੀ ਕਿਸੇ ਮਰੀਜ਼ ਨੂੰ ਤਾਂ ਇੱਕਦਮ ਬੁਖਾਰ ਦਾ ਅਟੈਕ ਆ ਜਾਂਦਾ ਹੈ, ਉਹ ਵੀ ਵਾਇਰਲ ਗਠੀਆ ਹੋ ਜਾਂਦਾ ਹੈ ਜੇ ਉਹ ਛੇਤੀ ਠੀਕ ਨਾ ਕੀਤਾ ਜਾਏ ਜਾਂ ਉਹਦਾ ਡਾਇਗਨੋਸ ਨਾ ਕਰਵਾਇਆ ਜਾਏ। ਕਈ ਵਾਰੀ ਯੂਰਿਕ ਐਸਿਡ ਜਿਹੜਾ ਹੈਗਾ ਲੰਬਾ ਸਮੇਂ ਰਹਿਣੇ ਕਰਕੇ 2-4 ਸਾਲ ਰਹਿੰਦਾ ਰਹੇ, ਵੱਧਦਾ ਰਹੇ ਔਰ ਆਪਾਂ ਉਹਨੂੰ ਪੂਰੀ ਤਰ੍ਹਾਂ ਉਹਦਾ ਇਲਾਜ ਨਹੀਂ ਕਰਵਾਉਂਦੇ ਤਾਂ ਉਹ ਵੀ ਇੱਕ ਗਠੀਏ 'ਚ ਬਦਲ ਜਾਂਦਾ ਹੈਗਾ। ਕਈ ਵਾਰੀ ਬਾਹਰੋਂ ਇਨਫੈਕਸ਼ਨ, ਬੈਕਟੀਰੀਅਲ, ਵਾਇਰਲ, ਪੈਰਾਸਾਈਟਸ ਦੀ ਇਨਫੈਕਸ਼ਨ ਹੁੰਦੀ ਹੈਗੀ ਤਾਂ ਵੀ ਗਠੀਆ ਹੋ ਜਾਂਦਾ ਹੈਗਾ। ਕਈ ਵਾਰੀ ਇਹ ਲਾਈਫ ਸਟਾਈਲ ਡਿਜ਼ੀਜ਼ਿਸ ਨਾਲ ਵੀ ਇਹਨੂੰ ਆਪਾਂ ਇਨਵੋਲਵ ਕਰਦੇ ਨੇ। ਜਦੋਂ ਆਪਣਾ ਖਾਣਾ ਪੀਣਾ ਸਹੀ ਨਹੀਂ ਹੁੰਦਾ, ਆਪਣਾ ਜਿਵੇਂ ਪੇਟ ਆਪਾਂ ਕਹਿ ਲਈਏ ਪੂਰੀ ਤਰ੍ਹਾਂ ਸਹੀ ਨਹੀਂ ਹੈ, ਕੁਝ ਮਰੀਜ਼ਾਂ ਨੂੰ ਜਿਹੜੇ ਆਪਾਂ ਦੇਖੇ ਨੇ ਉਹਨਾਂ ਨੂੰ ਲੰਬੇ ਸਮੇਂ ਤੱਕ ਕਬਜ਼ ਰਹਿੰਦੀ ਹੈਗੀ ਤਾਂ ਵੀ ਇਹ ਚੀਜ਼ ਆਉਣਾ ਸ਼ੁਰੂ ਹੋ ਜਾਂਦੀ ਹੈ। ਕੁਝ ਲੋਕਾਂ ਨੂੰ ਜੈਨੇਟਿਕ ਹੁੰਦਾ ਹੈਗਾ, ਜਿਵੇਂ ਜੇ ਉਹਨਾਂ ਦੇ ਮਦਰ ਜਾਂ ਫਾਦਰ ਨੂੰ ਹੁੰਦਾ ਹੈਗਾ ਤਾਂ ਇੱਦਾਂ ਦਾ ਅੱਗੇ ਵੀ ਕਈ ਵਾਰੀ
ਇੱਦਾਂ ਦੇ ਪੇਸ਼ੈਂਟਸ ਦੇਖੇ ਨੇ ਆਪਾਂ ਜਿਨ੍ਹਾਂ ਨੂੰ ਜੈਨੇਟਿਕਲੀ ਵੀ ਇਹ ਪ੍ਰੋਬਲਮ ਆ ਜਾਂਦੀ ਹੈ। ਤੇ ਇਸ ਚੀਜ਼ ਨੂੰ ਘਰ ਬੈਠੇ ਡਾਇਗਨੋਸ ਕਰਨਾ ਮੁਸ਼ਕਿਲ ਹੈ। ਜੇ ਤੁਹਾਨੂੰ ਲੱਗਦਾ ਹੈਗਾ ਕਿ ਤੁਹਾਨੂੰ ਬਹੁਤ ਜ਼ਿਆਦਾ ਜੋੜਾਂ 'ਚ ਦਰਦਾਂ ਰਹਿਣਾ ਸ਼ੁਰੂ ਹੋ ਗਈਆਂ, ਦਰਦ ਹੋ ਰਿਹਾ, ਬੁਖਾਰ ਆ ਰਿਹਾ, ਸਵੇਰੇ ਬੈੱਡ ਤੋਂ ਉੱਠਿਆ ਨਹੀਂ ਜਾਂਦਾ, ਅੱਧਾ ਪੌਣਾ ਘੰਟਾ ਲੱਗ ਜਾਂਦਾ ਹੈਗਾ, ਹੱਥ ਪੈਰ ਉਂਗਲੀਆਂ ਮੁੜਨਾ ਸ਼ੁਰੂ ਹੋ ਰਹੀਆਂ ਨੇ, ਛੋਟੇ ਜੋੜ ਦੁਖਣਾ ਸ਼ੁਰੂ ਹੋ ਰਹੇ ਨੇ, ਜਾਂ ਸਾਰਾ ਦਿਨ ਬੁਖਾਰ ਦੀ ਫੀਲਿੰਗ ਆਉਂਦੀ ਹੈ, ਕਿਸੇ ਨਾਲ ਬੋਲਣੇ ਦਾ ਮਨ ਨਹੀਂ ਕਰਦਾ, ਸੁਸਤੀ ਰਹਿੰਦੀ ਹੈਗੀ, ਤਾਂ ਤੁਹਾਨੂੰ ਜ਼ਰੂਰ ਡਾਕਟਰ ਦੀ ਸਲਾਹ ਜਾ ਕੇ ਲੈਣੀ ਚਾਹੀਦੀ। ਬਿਲਕੁਲ ਮੈਂ ਕਿਸੇ ਵੀ ਐਲੋਪੈਥੀ ਨੂੰ ਗਲਤ ਨਹੀਂ ਕਹੂੰਗਾ, ਕਿਉਂਕਿ ਆਪਾਂ ਸਾਰਿਆਂ ਦੀ ਰਿਸਪੈਕਟ ਕਰਦੇ ਹਾਂ, ਪਰ ਮੈਂ ਜੇ ਆਯੁਰਵੇਦ ਦੀ ਗੱਲ ਕਰਾਂ, ਅਕਸਰ ਲੋਕ ਭੱਜਦੇ ਨੇ ਇਸ ਚੀਜ਼ ਨੂੰ। ਆਯੁਰਵੇਦ ਦੇ ਵਿੱਚ ਇਹਦਾ ਕੀ ਪੱਕਾ ਕੋਈ ਇਲਾਜ ਹੈਗਾ ਵੀ ਹੈ? ਜੀ, ਆਯੁਰਵੇਦ 'ਚ ਇਸ ਬਿਮਾਰੀ ਦਾ ਬਹੁਤ ਹੀ ਵਧੀਆ ਉਪਚਾਰ ਹੈਗਾ। ਮੈਂ ਕਹੂੰਗੀ ਕਿ ਬਹੁਤ ਬੈਸਟ ਟ੍ਰੀਟਮੈਂਟ ਆਯੁਰਵੇਦ ਇਸ ਚੀਜ਼ ਨੂੰ ਦੇ ਸਕਦਾ ਹੈਗਾ। ਉਹਦਾ ਕਾਰਨ ਜਿਹੜੇ ਮੈਂ ਤੁਹਾਨੂੰ ਇਹਦੇ ਲੱਛਣ ਦੱਸੇ ਹੈਗੇ, ਭਲੇ ਹੀ ਅਲੱਗ-ਅਲੱਗ ਹੋਣ, ਲੇਕਿਨ ਆਯੁਰਵੇਦ ਜਿਹੜਾ ਹੈਗਾ ਸਾਰਿਆਂ ਤੋਂ ਪਹਿਲਾਂ ਕੀ ਕਰਦਾ ਕਿ ਸਾਰੇ ਸਰੀਰ ਨੂੰ ਅੰਦਰੋਂ ਸਾਫ਼ ਕਰ ਦਿੰਦਾ। ਉਹਦੇ ਨਾਲ ਜੇ ਤੁਹਾਨੂੰ ਇਹ ਬਾਹਰੀ ਇਨਫੈਕਸ਼ਨ ਜਾਂ ਪੈਰਾਸਾਈਟ ਜਾਂ ਵਾਇਰਸ ਦੇ ਨਾਲ ਹੋਇਆ ਤਾਂ ਵੀ ਉਹਨੇ ਸਾਰੀ ਨੇ ਸਰੀਰ ਨੇ ਅੰਦਰੋਂ ਕਲੀਨ ਹੋ ਜਾਣਾ, ਵਾਸ਼ ਆਊਟ ਹੋ ਜਾਣਾ ਹੈਗਾ। ਜੇ ਤੁਹਾਨੂੰ ਇਹ ਹੈਰੀਡਿਟਰੀ ਹੈਗਾ ਤਾਂ ਆਪਾਂ ਇਹਦੇ 'ਚ ਲਾਈਫ ਸਟਾਈਲ ਥੋੜ੍ਹਾ ਜਿਹਾ ਇੱਦਾਂ ਦਾ ਕ੍ਰੀਏਟ ਕਰਕੇ ਦਿੰਦੇ ਨੇ, ਤੁਹਾਨੂੰ ਖਾਣੇ ਪੀਣੇ ਦੀਆਂ ਚੀਜ਼ਾਂ ਦਾ ਪਰਹੇਜ਼ ਦੱਸਦੇ ਨੇ, ਉਹ ਹੌਲੇ ਕਰਕੇ ਤਾਂ ਵੀ ਠੀਕ ਹੋ ਜਾਂਦਾ ਹੈਗਾ। ਜੇ ਤੁਹਾਨੂੰ ਇਹ ਅਨਡਾਈਜੈਸ਼ਨ ਕਰਕੇ ਹੈਗਾ, ਜਿਹਨੂੰ ਆਪਾਂ ਆਯੁਰਵੇਦ 'ਚ ਪ੍ਰਮੁੱਖ ਕਾਰਨ ਮੰਨਦੇ ਨੇ, ਆਮ ਵਾਤ ਕਹਿੰਦੇ ਹੈਗੇ, ਜਦੋਂ ਖਾਣਾ ਪੂਰੀ ਤਰ੍ਹਾਂ ਨਹੀਂ ਪਚਦਾ ਤਾਂ ਉਹ ਇੱਕ ਆਮ ਭਾਸ਼ਾ 'ਚ ਕਹਿ ਲਈਏ ਕਿ ਇੱਕ ਰੇਸ਼ੇ ਦਾ ਰੂਪ ਲੈ ਲੈਂਦਾ ਔਰ ਸੜਨਾ ਸ਼ੁਰੂ ਹੋ ਜਾਂਦਾ। ਔਰ ਜਿੱਥੇ ਜਗ੍ਹਾ ਮਿਲਦੀ ਹੈਗੀ ਛੋਟੇ ਜੋੜਾਂ 'ਚ, ਕਿਉਂਕਿ ਜਗ੍ਹਾ ਖਾਲੀ ਹੁੰਦੀ ਹੈ, ਉੱਥੇ ਜਾ ਕੇ ਚਿਪਕਣਾ ਜਾਂ ਭਰਨਾ ਸ਼ੁਰੂ ਹੋ ਜਾਂਦਾ। ਉਹਦੇ ਕਰਕੇ ਕੀ ਹੁੰਦਾ, ਜਿਹੜਾ ਖੂਨ ਨਸਾਂ ਨਾੜੀਆਂ 'ਚ ਚੱਲਦਾ ਉਹ ਰੁਕਣਾ ਸ਼ੁਰੂ ਹੋ ਜਾਂਦਾ, ਔਰ ਬਾਰ-ਬਾਰ ਉੱਥੇ ਪ੍ਰੈਸ਼ਰ ਕ੍ਰੀਏਟ ਹੋਣ ਕਰਕੇ ਕੀ ਹੁੰਦਾ, ਸੋ ਜਾਣਾ ਸ਼ੁਰੂ ਹੋ ਜਾਂਦੀ ਹੈ, ਜਿਹਦੇ ਕਰਕੇ ਆਪਣੀਆਂ ਉਂਗਲੀਆਂ ਹੱਥਾਂ ਦੀਆਂ ਜਾਂ ਪੈਰਾਂ ਦੀਆਂ ਮੁੜਨਾ ਵੀ ਸ਼ੁਰੂ ਹੋ ਜਾਂਦੀਆਂ। ਤੁਸੀਂ ਦੇਖੇ ਹੁਣ ਇੱਦਾਂ ਦੇ ਮਰੀਜ਼ ਬਹੁਤ ਜ਼ਿਆਦਾ ਹੁੰਦੇ ਨੇ ਜਿਨ੍ਹਾਂ ਦੇ ਹੱਥ ਪੈਰ ਟੋਟਲ ਮੁੜ ਗਏ ਹੁੰਦੇ ਹੈਗੇ। ਤੇ ਉਹਨਾਂ ਲਈ ਆਯੁਰਵੈਦਿਕ ਟ੍ਰੀਟਮੈਂਟ ਜਿਹੜਾ ਹੈਗਾ ਨਾ, ਉਹ ਇੱਕ ਬਹੁਤ ਰਾਮਬਾਣ ਆਪਾਂ ਕਹਿ ਦਿੰਦੇ ਹਾਂ ਕਿ ਸਿੱਧ ਹੋ ਸਕਦਾ ਹੈ, ਕਿਉਂਕਿ ਗਠੀਏ ਨੂੰ ਜੜੋਂ ਠੀਕ ਕਰਨੇ ਲਈ ਇਹਦੇ 'ਚ ਬਹੁਤ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਟ੍ਰੀਟਮੈਂਟ ਹੈਗੇ। ਦੂਜੀ ਗੱਲ ਇਹ ਕਿ ਗਠੀਏ ਲਈ ਆਯੁਰਵੈਦਿਕ ਤੁਸੀਂ ਜੋ ਵੀ ਦਵਾਈ ਖਾਓਗੇ ਉਹਦਾ ਸਾਈਡ ਇਫੈਕਟ ਬਿਲਕੁਲ ਨਹੀਂ ਹੈਗੇ। ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਲੂਜ਼ ਮੋਸ਼ਨ ਲੱਗ ਸਕਦੇ ਨੇ ਇੱਕ ਦੋ ਵਾਰੀ, ਜਾਂ ਤੁਹਾਨੂੰ ਵੋਮਿਟਸ ਆ ਸਕਦੀਆਂ ਨੇ, ਮਤਲਬ ਉਲਟੀ ਆ ਜਾਏਗੀ, ਲੇਕਿਨ ਉਹ ਵੀ ਇੱਕ ਟ੍ਰੀਟਮੈਂਟ ਦਾ ਪਾਰਟ ਹੈ, ਕਿਉਂਕਿ ਜਿਹੜੀ ਸਰੀਰ 'ਚ ਗੰਦਗੀ ਹੈਗੀ ਪਹਿਲਾਂ ਆਪਾਂ ਉਹਨੂੰ ਬਾਹਰ ਕੱਢਾਂਗੇ। ਜਦੋਂ ਬਾਹਰ ਕੱਢਾਂਗੇ, ਸਰੀਰ ਖਾਲੀ ਹੋਏਗਾ, ਤਾਂ ਤੁਹਾਨੂੰ ਦਵਾਈ ਬਹੁਤ ਜ਼ਿਆਦਾ ਜਿਹੜਾ ਹੈਗਾ ਜਲਦੀ ਅਸਰ ਦਿਖਾਉਂਦੀ ਹੈ। ਆਯੁਰਵੈਦਿਕ ਮੈਡੀਸਨ ਇਸ ਬਿਮਾਰੀ ਲਈ ਇੱਕ ਬਹੁਤ ਅੱਛੀ ਚੋਇਸ ਜਿਹੜੀ ਹੈਗੀ ਉਹ ਹੋ ਸਕਦੀ ਹੈ। ਮੈਂ ਉਹੀ ਗੱਲ ਕਰ ਰਿਹਾ ਸੀ। ਚਲੋ ਦਵਾਈ ਆ ਜਾਂਦੀ ਆ, ਮੈਂ ਤੁਹਾਡੇ ਨਾਲ ਦਵਾਈ ਦੀ ਗੱਲ ਕਰਦਾ। ਲੋਕ ਬਹੁਤ ਭੱਜਦੇ ਨੇ ਦਵਾਈ ਤੋਂ। ਅਗਲਾ ਕਹਿੰਦਾ ਯਾਰ ਮੈਂ ਸਾਰੀ ਉਮਰ ਕਿੱਥੇ ਦਵਾਈ ਖਾਂਦਾ ਹੁੰਦਾ। ਆਯੁਰਵੇਦਿਕ ਫਿਰ ਇਹ 'ਚ ਵੀ ਫਿਰ ਸਾਰੀ ਉਮਰ ਦਵਾਈ ਖਾਣੀ ਪੈਣੀ ਆ? ਨਹੀਂ, ਇਹਦੇ 'ਚ ਦੇਖੋ ਅਲੱਗ-ਅਲੱਗ ਹੁੰਦਾ ਹੈਗਾ। ਹੁਣ ਜਿਸ ਮਰੀਜ਼ ਨੂੰ, ਪਹਿਲੀ ਗੱਲ ਤਾਂ ਇਹ ਕਿ ਜਿਹਨੂੰ ਗਠੀਆ ਹੋਇਆ ਉਹ ਇੱਕਦਮ ਉਹਨੂੰ ਡਾਇਗਨੋਸ ਨਹੀਂ ਕਰ ਪਾਉਂਦਾ, ਉਹਨੂੰ ਥੋੜ੍ਹਾ ਟਾਈਮ ਜ਼ਿਆਦਾ ਲੱਗ ਜਾਂਦਾ। ਅਤੇ ਜਦੋਂ ਆਪਣੇ ਕੋਲ ਮਰੀਜ਼ ਆਉਂਦੇ ਹੈਗੇ, ਜੇ ਹੁਣ ਜਿਸ ਮਰੀਜ਼ ਨੂੰ 25 ਸਾਲ ਤੋਂ ਗਠੀਆ ਹੈ, 30 ਸਾਲ ਤੋਂ ਗਠੀਆ ਹੈ, ਤਾਂ ਤੁਸੀਂ ਕੀ ਸਮਝਦੇ ਹੋ ਕਿ ਆਯੁਰਵੇਦ ਉਹਨੂੰ 2 ਮਹੀਨਿਆਂ 'ਚ ਠੀਕ ਕਰ ਦੇਗਾ? ਨਹੀਂ ਹੁੰਦਾ। ਜੇ ਤੁਹਾਨੂੰ 25-30 ਸਾਲ ਪੁਰਾਣੀ ਬਿਮਾਰੀ ਹੈ ਤਾਂ ਘੱਟ ਤੋਂ ਘੱਟ ਤੁਹਾਨੂੰ ਥੋੜ੍ਹਾ ਜਿਹਾ ਪੇਸ਼ੈਂਸ ਲੈ ਕੇ ਚੱਲਣਾ ਪੈਣਾ ਕਿ ਤੁਸੀਂ ਸਾਲ 2 ਸਾਲ 'ਚ ਪੂਰੀ ਤਰ੍ਹਾਂ ਠੀਕ ਹੋ ਸਕਦੇ ਹੋ। ਲੇਕਿਨ ਇਹਦੇ 'ਚ ਖਾਣੇ ਦਾ ਪਰਹੇਜ਼ ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਉਹ ਤੁਹਾਨੂੰ ਹਰ ਹਾਲਤ 'ਚ ਹੀ ਫੋਲੋ ਕਰਨਾ ਹੀ ਪਏਗਾ। ਔਰ ਜਿਸ ਮਰੀਜ਼ ਨੂੰ ਗਠੀਆ ਹਾਲੀ ਸ਼ੁਰੂ ਹੀ ਹੁੰਦਾ ਹੈ, ਸਾਲ, 1.5 ਸਾਲ, 2 ਸਾਲ ਹੋਏ ਹੁੰਦੇ, ਤੁਸੀਂ ਤਾਂ ਦੇਖੋਗੇ ਕਿ ਇੱਥੇ ਆ ਕੇ ਕਿ ਉਹ ਮਰੀਜ਼ ਤਾਂ 1 ਜਾਂ 2 ਮਹੀਨੇ 'ਚ ਕਾਫੀ ਠੀਕ ਹੋ ਜਾਂਦੇ ਨੇ। ਮਤਲਬ ਉਹ ਤਾਂ ਈਵਨ ਇੰਨੀ ਬਲੈਸਿੰਗਸ ਆਪਾਂ ਨੂੰ ਦੇ ਕੇ ਜਾਂਦੇ ਨੇ ਕਿ ਕਿਉਂਕਿ ਇਸ ਬਿਮਾਰੀ 'ਚ ਨਾ ਦਰਦ ਬਹੁਤ ਜ਼ਿਆਦਾ ਮਤਲਬ ਸਹਿਨ ਨਹੀਂ ਹੋ ਪਾਉਂਦਾ। ਦਰਦ ਇਤਨਾ ਦਰਦ ਹੁੰਦਾ ਹੈਗਾ ਕਿ ਤੁਸੀਂ ਜਿੰਨੀ ਮਰਜ਼ੀ ਪੇਨ ਕਿਲਰ ਖਾ ਲਓ, ਉਹਦੇ ਨਾਲ ਸਹਿਨ ਨਹੀਂ ਹੋ ਸਕਦਾ। ਇਸੀ ਕਰਕੇ ਐਲੋਪੈਥਿਕ 'ਚ ਜਦੋਂ ਇਸ ਬਿਮਾਰੀ ਦਾ ਟ੍ਰੀਟਮੈਂਟ ਚੱਲਦਾ ਹੈ ਨਾ, ਤਾਂ ਉੱਥੇ ਬਹੁਤ ਹਾਰਡ ਮੈਡੀਸਿਨਸ ਚੱਲਦੀਆਂ ਨੇ। ਕਈ ਵਾਰੀ ਕਾਫੀ ਪੇਸ਼ੈਂਟਸ ਨੂੰ ਜਿਵੇਂ ਮੈਥੋਟ੍ਰੈਕਸੇਟ ਚੱਲਦੀ ਹੈ, ਜਾਂ ਫਿਰ ਸਟੀਰੋਇਡਲ ਮੈਡੀਕੇਸ਼ਨਸ ਚੱਲਦੀਆਂ ਨੇ, ਕਈ ਵਾਰੀ ਨੋਨ ਸਟੀਰੋਇਡਲ ਚੱਲਦੀਆਂ ਨੇ, ਕਈ ਵਾਰੀ ਬਾਇਓਲੋਜੀਕਲ ਇੰਜੈਕਸ਼ਨਸ ਤੱਕ ਚੱਲਦੇ ਨੇ। ਲੇਕਿਨ ਆਉਣੇ ਵਾਲੇ ਕੁਝ ਟਾਈਮ ਤੋਂ ਬਾਅਦ ਉਹਨਾਂ ਨੂੰ ਪਤਾ ਚੱਲਦਾ ਕਿ ਇੰਨੀ ਜ਼ਿਆਦਾ ਹੈਵੀ ਡੋਜ਼ 'ਚ ਮੈਡੀਸਨ ਲੈਣੇ ਕਰਕੇ ਦੁਸ਼ਪ੍ਰਭਾਵ ਕੀ ਹੋ ਰਹੇ ਨੇ। ਤੁਹਾਡੇ ਲੀਵਰ, ਕਿਡਨੀ, ਫੇਫੜੇ, ਅੱਖਾਂ, ਹਰ ਜਗ੍ਹਾ 'ਚ ਨੁਕਸਾਨ ਤੁਹਾਨੂੰ ਜਿਹੜਾ ਹੈਗਾ ਉਹ ਦੇਖਣੇ ਨੂੰ ਮਿਲਦਾ ਹੈ। ਅਤੇ ਇਸ ਕਰਕੇ ਆਯੁਰਵੈਦਿਕ ਮੈਡੀਸਨ 'ਚ ਜੇ ਤੁਹਾਨੂੰ ਜਿੰਨੀ ਜਲਦੀ ਤੁਸੀਂ ਸਾਡੇ ਕੋਲ ਜਾਂ ਆਯੁਰਵੇਦ 'ਚ ਚਲੇ ਜਾਓਗੇ, ਤੁਸੀਂ ਉਨੀ ਜਲਦੀ ਇਸ ਬਿਮਾਰੀ ਦੇ ਨਾਲ ਜਿਹੜਾ ਹੈਗਾ ਮਤਲਬ ਤੁਹਾਡਾ ਜਿਹੜਾ ਇੱਕ ਸੰਘਰਸ਼ ਹੈ ਉਹ ਖਤਮ ਹੋ ਜਾਏਗਾ। ਜਿਵੇਂ ਮੈਮ ਤੁਸੀਂ ਤਾਂ ਹੁਣ ਇੰਨੇ ਵਾਹਵਾ ਹੀ ਪੇਸ਼ੈਂਟ ਦੇਖਦੇ ਹੋ, ਕਿਹੜੀ ਉਮਰ ਦੇ ਜ਼ਿਆਦਾ ਆ ਰਹੇ ਨੇ? ਨੌਜਵਾਨ ਆ ਰਹੇ ਨੇ ਕਿ ਭਾਈ ਕਿ ਜਿਵੇਂ ਆਪਾਂ ਕਹਿੰਦੇ 40+ ਆ ਰਹੇ ਨੇ, ਕਿਹੜੇ ਜ਼ਿਆਦਾਤਰ ਆ ਰਹੇ ਨੇ? ਦੇਖੋ, ਜੇ ਮੈਂ ਗੱਲ ਕਰਾਂ ਕਿ 5 ਸਾਲ ਪਹਿਲਾਂ ਇਸ ਬਿਮਾਰੀ ਦੇ ਜਿਹੜੇ ਮਰੀਜ਼ ਸੀ ਉਹ ਲਗਭਗ ਹੁੰਦੇ ਸੀ 40-45 ਸਾਲ ਤੋਂ ਬਾਅਦ ਦੀ
ਟਾਈਮ 'ਚ ਇਹ ਬਿਮਾਰੀ ਸ਼ੁਰੂ ਹੁੰਦੀ ਸੀ। ਲੇਕਿਨ ਹੁਣ ਜਿਹੜੇ ਆਪਾਂ ਦਿਨ ਪ੍ਰਤੀ ਦਿਨ ਦੇਖ ਰਹੇ ਨਾ, ਤੁਸੀਂ ਹੈਰਾਨ ਹੋ ਜਾਓਗੇ ਕਿ 3-3 ਸਾਲ ਦੇ ਬੱਚੇ ਜਿਹੜੇ ਹੈਗੇ ਉਹ ਗਠੀਏ ਦੇ ਨਾਲ ਜੂਝ ਰਹੇ ਹੈਗੇ। 5 ਸਾਲ ਦੇ ਬੱਚੇ, 12 ਸਾਲ ਦੇ ਬੱਚੇ, 18 ਸਾਲ ਦੀਆਂ ਬੱਚੀਆਂ, ਮਤਲਬ ਮੈਂ ਇੰਨੀਆਂ ਦੇਖੀਆਂ ਜਿਨ੍ਹਾਂ ਦੇ ਗੋਡਿਆਂ 'ਚ ਪਾਣੀ ਭਰ ਜਾਂਦਾ, ਏਡੇ ਏਡੇ ਸੁੱਜ ਜਾਂਦੇ ਹੈਗੇ। ਬੱਚਿਆਂ ਨੂੰ ਇੰਨੀ ਪ੍ਰੋਬਲਮ ਆਈ ਹੋਈ ਹੈ, ਛੋਟੇ ਛੋਟੇ ਬੱਚੇ ਸਟੀਰੋਇਡ ਮੈਡੀਕੇਸ਼ਨਸ ਤੇ ਪੈ ਗਏ ਹੋਏ ਹੈਗੇ, ਕਿਉਂਕਿ ਉਹਨਾਂ ਕੋਲ ਚੋਇਸ ਨਹੀਂ ਹੈਗੀ, ਸ਼ਾਇਦ ਉਹਨਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਇਸ ਪੈਥੀ 'ਚ ਟ੍ਰੀਟਮੈਂਟ ਹੋ ਸਕਦਾ ਹੈ। ਤੇ ਅੱਜ ਦੀ ਟਾਈਮ 'ਚ ਜੇ ਮੈਂ ਗੱਲ ਕਰਾਂ, ਹੁਣ ਏਜ ਬਾਰ ਕੁਝ ਵੀ ਨਹੀਂ ਰਹਿ ਗਈ। ਜੇ ਆਪਾਂ ਪਹਿਲਾਂ ਗੱਲ ਕਰਦੇ ਤਾਂ ਸ਼ਾਇਦ ਪਹਿਲਾਂ ਇਹ 30-40 ਸਾਲ ਤੋਂ ਬਾਅਦ ਹੁੰਦਾ ਸੀ। ਅੱਛਾ, ਇਹ ਜਿਹੜੀ ਬਿਮਾਰੀ ਹੈਗੀ ਇਹ ਜਨਾਨੀਆਂ ਨੂੰ ਜਾਂ ਕੁੜੀਆਂ ਨੂੰ ਵੱਧ ਹੁੰਦੀ ਹੈਗੀ, ਜੈਂਟਸ ਨੂੰ ਘੱਟ ਹੁੰਦੀ ਹੈਗੀ। ਉਹਦਾ ਕਾਰਨ ਇਹ ਹੈਗਾ ਕਿ ਲੇਡੀਜ਼ ਨੂੰ ਇੱਕ ਤਾਂ ਸਟ੍ਰੈਸ ਲੈਵਲ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ ਹੈਗਾ, ਦੂਜੀ ਗੱਲ ਉਹਨਾਂ ਦਾ ਖਾਣਾ ਪੀਣਾ ਸਹੀ ਨਹੀਂ ਹੈਗਾ, ਸਹੀ ਟਾਈਮ 'ਤੇ ਨਹੀਂ ਹੈਗਾ। ਜਦੋਂ ਆਪਾਂ ਬਿਨਾਂ ਭੁੱਖ ਤੋਂ ਕੁਝ ਵੀ ਖਾ ਲੈਂਦੇ ਹੈਗੇ, ਉਹ ਪਚਦਾ ਨਹੀਂ ਹੈਗਾ, ਉਹ ਸੜਦਾ ਹੈ ਪੇਟ 'ਚ। ਔਰ ਸਾਰਾ ਦਿਨ ਆਪਾਂ ਕੁਝ ਨਾ ਕੁਝ ਖਾਈ ਜਾਂਦੇ ਹੈਗੇ, ਖਾਈ ਜਾਂਦੇ। ਆਪਣੇ ਇੱਥੇ ਪੰਜਾਬ 'ਚ ਜ਼ਿਆਦਾ ਕਲਚਰ ਹੈਗਾ ਕਿ ਆਪਾਂ ਖਾਣਾ ਜਿਹੜਾ ਹੈਗਾ 3 ਵਾਰੀ ਖਾਂਦੇ ਨੇ, ਅਨਾਜ 3 ਵਾਰੀ ਖਾਂਦੇ ਨੇ। ਨੋਰਮਲ ਇੱਕ ਅਨਾਜ ਜਦੋਂ ਆਪਾਂ ਖਾ ਲਿਆ, ਜਿਵੇਂ ਆਪਾਂ ਕਹਿ ਦਈਏ ਕਿ ਆਪਾਂ ਲੰਚ ਕਰ ਲਿਆ, ਦੁਪਹਿਰ ਨੂੰ ਖਾਣਾ ਖਾਧਾ, ਤਾਂ ਉਹਨੂੰ ਪੂਰੀ ਤਰ੍ਹਾਂ ਪਚਣੇ ਲਈ 8 ਤੋਂ 12 ਘੰਟੇ ਲੱਗਦੇ ਨੇ, ਤੇ ਹਾਲੇ ਉਹ ਪਚਿਆ ਨਹੀਂ ਹੁੰਦਾ, ਉਹ ਪ੍ਰੋਸੈਸ ਪੇਟ ਦੇ ਅੰਦਰ ਤਾਂ ਚੱਲ ਰਹੀ ਹੈ। ਆਪਾਂ ਦੂਜਾ ਖਾਣਾ ਹੋਰ ਭਰ ਲਿਆ, ਤੇ ਉੱਦਾਂ ਕੀ ਹੁੰਦਾ ਹੈਗਾ, ਉਹ ਸੜੀ ਜਾਂਦਾ। ਫਿਰ ਉਹ ਜਿੰਨੇ ਟੌਕਸਿਨਸ ਹੈਗੇ, ਦੂਸ਼ਿਤ ਦਰਵਯ ਹੈਗੇ, ਪਦਾਰਥ ਹੈਗੇ, ਉਹ ਆਪਣੇ ਸਰੀਰ 'ਚ ਇਕੱਠੇ ਹੋਣਾ ਸ਼ੁਰੂ ਹੋ ਜਾਂਦੇ ਨੇ, ਔਰ ਬਲੱਡ ਦੇ ਨਾਲ ਟਰੈਵਲ ਕਰਕੇ ਜਿੱਥੇ ਜਗ੍ਹਾ ਮਿਲ ਗਈ ਉੱਥੇ ਜਾ ਕੇ ਰੁਕ ਜਾਂਦੇ ਨੇ। ਬਿਲਕੁਲ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਵੇਂ ਤੁਸੀਂ ਇੱਕ ਗੱਲ ਦੱਸੀ ਕਿ ਵਿੱਚ ਭਾਈ ਸੋਜਾ ਆ ਜਾਂਦਾ, ਕਿ ਸੋਜਾ ਆਉਣ ਨਾਲ ਵੀ ਆ ਜਾਂਦੀ ਹੈ। ਹੁਣ ਕਈਆਂ ਦੇ ਕੀ ਹੁੰਦਾ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ। ਬਿਲਕੁਲ। ਇਹਦੇ ਵਿੱਚ ਕੋਈ ਲੈਵਲ ਹੁੰਦੇ ਨੇ, ਜਿਵੇਂ ਇੱਕ ਭਾਈ ਇਹ ਪਹਿਲਾ ਲੈਵਲ ਆ, ਦੂਜਾ ਲੈਵਲ ਆ, ਚੌਥਾ, ਇਹਦੇ ਵਿੱਚ ਕਿਹੜੇ ਲੈਵਲ ਹੁੰਦੇ ਨੇ ਫਿਰ? ਗਠੀਏ ਜੀ, ਉਹਦਾ ਆਪਾਂ ਗੱਲ ਕਰੀਏ ਤਾਂ ਗਠੀਆ ਤਾਂ 100 ਤੇ ਜ਼ਿਆਦਾ ਟਾਈਪ ਦਾ ਗਠੀਆ ਹੈਗਾ। ਹੁਣ ਆਪਾਂ ਰਿਊਮੈਟਿਡ ਆਰਥਰਾਈਟਿਸ ਦੀ ਗੱਲ ਕਰਦੇ ਹਾਂ ਤਾਂ ਸਾਰੇ ਤੋਂ ਪਹਿਲੇ ਤੁਹਾਨੂੰ ਜਿਹੜੀ ਜਾਂਚ ਕਰਾਉਣੀ ਚਾਹੀਦੀ ਉਹ ਯੂਰਿਕ ਐਸਿਡ। ਬੇਸਿਕ ਜਦੋਂ ਵੀ ਵਧੇਗਾ ਯੂਰਿਕ ਐਸਿਡ ਤੋਂ ਹੀ ਸ਼ੁਰੂਆਤ ਹੁੰਦੀ ਹੈਗੀ। ਜਦੋਂ ਯੂਰਿਕ ਐਸਿਡ ਵਧ ਗਿਆ, ਉਹਦੇ ਲਈ ਮੈਂ ਹੋਮ ਰੈਮੇਡੀ ਤੁਹਾਨੂੰ ਦੱਸਦੀ ਹੈਗੀ, 1 ਜਾਂ 2 ਆਮਲੇ ਰੋਜ਼ ਖਾਣਾ ਸ਼ੁਰੂ ਕਰ ਲਓ, ਔਰ ਅਨਾਜ ਘਟਾ ਦਿਓ। 3 ਵਾਰੀ ਨਹੀਂ ਖਾਣਾ, 2 ਵਾਰੀ ਖਾਓ, ਠੀਕ ਹੈ। ਔਰ ਹਫਤੇ 'ਚ 1 ਦਿਨ व्रत ਕਰੋ, ਔਰ ਜਿਸ ਦਿਨ व्रत ਰੱਖਣਾ ਹੈਗਾ ਤੁਸੀਂ ਉਸ ਦਿਨ ਸਿਰਫ ਕੋਸਾ ਪਾਣੀ ਪੀ ਲਓ ਤਾਂ ਜ਼ਿਆਦਾ ਵਧੀਆ। ਸਾਰਾ ਦਿਨ ਜੇ ਤੁਸੀਂ ਉਸ ਪਰ ਟਿਕ ਸਕਦੇ ਹੋ ਤਾਂ ਵਧੀਆ ਗੱਲ ਹੈਗੀ, ਨਹੀਂ ਤਾਂ ਕਿਸੇ ਵੀ ਫਲਾਂ ਦਾ ਜਾਂ ਸਬਜ਼ੀਆਂ ਦਾ ਜੂਸ ਪੀਂਦੇ ਰਹੋ ਸਾਰਾ ਦਿਨ। ਜੇ ਤੁਸੀਂ ਇਹ ਚੀਜ਼ ਘਰ ਬੈਠੇ 2 ਮਹੀਨੇ ਵੀ ਕਰ ਲਈ ਤਾਂ ਤੁਹਾਡਾ ਯੂਰਿਕ ਐਸਿਡ ਬਿਲਕੁਲ ਠੀਕ ਹੋ ਜਾਏਗਾ। ਹੁਣ ਕਾਫੀ ਪੇਸ਼ੈਂਟ ਕੀ ਕਰਦੇ ਨੇ, ਜੇ ਉਹਨਾਂ ਨੂੰ ਯੂਰਿਕ ਐਸਿਡ ਵੱਧ ਜਾਂਦਾ ਤਾਂ ਉਹ ਕੋਈ ਵੀ ਅੰਗਰੇਜ਼ੀ ਦਵਾਈ ਲੈਂਦੇ ਰਹਿੰਦੇ ਨੇ। ਜਦੋਂ ਛੱਡ ਦਿੰਦੇ ਨੇ ਦਵਾਈ ਤਾਂ ਉਸ ਤੋਂ 15 ਦਿਨ ਜਾਂ ਮਹੀਨੇ ਬਾਅਦ ਫਿਰ ਯੂਰਿਕ ਐਸਿਡ ਵਧਿਆ ਹੁੰਦਾ। ਉਹਦੇ ਨਾਲ ਕੀ ਹੁੰਦਾ ਹੈਗਾ, ਉਹਦੇ ਨਾਲ ਯੂਰਿਕ ਐਸਿਡ ਖਤਮ ਨਹੀਂ ਹੁੰਦਾ, ਲੇਕਿਨ ਇੱਕ ਜਿਹੜੇ ਲੈਵਲ ਹੈਗੇ ਉਹ ਛੁਪ ਜਾਂਦੇ ਨੇ। ਜਦੋਂ ਆਪਾਂ ਦਵਾਈਆਂ ਛੱਡ ਦਿਆਂਗੇ ਉਹ ਦੁਬਾਰਾ ਫਿਰ ਰਿਪਰੈਜ਼ੈਂਟ ਹੋ ਜਾਣਗੇ। ਜਿਵੇਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਪੇਸ਼ੈਂਟ ਥਾਇਰਾਇਡ ਦੀ ਗੋਲੀ ਖਾਂਦੇ ਨੇ, ਉਹਨਾਂ ਦਾ ਥਾਇਰਾਇਡ ਨਾਰਮਲ ਆਉਂਦਾ ਹੈ ਨਾ, ਜਦੋਂ ਉਹ ਛੱਡ ਦਿੰਦੇ ਨੇ ਤਾਂ ਮਹੀਨੇ 2 ਮਹੀਨੇ ਬਾਅਦ ਫਿਰ ਥਾਇਰਾਇਡ ਦੇ ਲੈਵਲਸ ਜਿਹੜੇ ਹੈਗੇ ਉਹ ਫਲਕਚੁਏਟ ਹੋ ਜਾਂਦੇ ਨੇ। ਸਾਰੇ ਤੋਂ ਪਹਿਲਾਂ ਯੂਰਿਕ ਐਸਿਡ ਟੈਸਟ ਕਰਾਓ, ਉਹ ਨਹੀਂ ਸਹੀ ਆਂਦਾ ਜਾਂ ਉਹ ਸਹੀ ਆਂਦਾ, ਉਸ ਤੋਂ ਬਾਅਦ ESR ਤੁਸੀਂ ਚੈੱਕ ਕਰਾ ਸਕਦੇ ਹੋ। ਉਸ ਤੋਂ ਬਾਅਦ ਰਿਐਕਟਿਵ ਪ੍ਰੋਟੀਨ ਦਾ ਟੈਸਟ CRP ਕਰਵਾ ਸਕਦੇ ਹੋ। ਉਸ ਤੋਂ ਬਾਅਦ RA ਰਿਊਮੈਟਿਡ ਆਰਥਰਾਈਟਿਸ ਦੀ ਕੁਆਂਟੀਟੀ ਕਰਾ ਸਕਦੇ ਹੋ। ਇਹ ਬੇਸਿਕ ਲੈਵਲ ਦੇ ਟੈਸਟ ਹੈਗੇ। CBC ਕਰਵਾ ਸਕਦੇ ਹੋ। ਜਦੋਂ ਇਹਨਾਂ ਟੈਸਟਾਂ 'ਚ ਕੁਝ ਨਹੀਂ ਆ ਰਿਹਾ ਔਰ ਫਿਰ ਵੀ ਤੁਹਾਨੂੰ ਦਰਦਾਂ ਬਹੁਤ ਜ਼ਿਆਦਾ ਹੈਗੀਆਂ ਔਰ ਪੇਨਸ ਬਹੁਤ ਜ਼ਿਆਦਾ ਹੈਗੀ, ਫਿਰ ਐਡਵਾਂਸ ਲੈਵਲ ਦੇ ਟੈਸਟ ਹੁੰਦੇ ਨੇ, ਜਿਵੇਂ ANA, NTCCP ਜਾਂ ਹੋਰ ਬਹੁਤ ਤਰ੍ਹਾਂ ਦੇ ਟੈਸਟ ਹੁੰਦੇ ਨੇ, ਉਹ ਤੁਹਾਨੂੰ ਡਾਕਟਰ ਪ੍ਰੈਸਕ੍ਰਾਈਬ ਕਰ ਸਕਦੇ ਨੇ। ਜਿਵੇਂ ਮੈਂ ਬਾਹਰ ਬੈਠਾ ਸੀਗਾ ਤੇ ਕਾਫੀ ਲੋਕ ਸੀਗੇ ਜਿਹੜੇ ਕਹਿ ਰਹੇ ਸੀ ਕਿ ਭਾਈ ਅਸੀਂ ਠੀਕ ਹੋ ਗਏ, ਕਿ ਅਸੀਂ ਖਾਣਾ ਸ਼ੁਰੂ ਕੀਤਾ ਤਾਂ ਸਾਨੂੰ ਤਾਂ ਐਂ ਲੱਗਿਆ ਕਿ ਜਿਵੇਂ ਬਈ ਜਾਦੂ ਹੀ ਹੋ ਗਿਆ ਹੋਵੇ। ਪਰ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਚੱਲਿਆ, ਪਰ ਦਰਦ ਬਹੁਤ ਜ਼ਿਆਦਾ ਹੈ। ਜਿਵੇਂ ਕਹਿ ਦਿੰਦੇ ਨੇ ਕਿ ਜਿਵੇਂ ਉਹ ਕਹਿੰਦੇ ਨੇ ਕਿ ਭਾਈ ਆਪਰੇਸ਼ਨ ਕਰਾ ਲਓ, ਆਪਰੇਸ਼ਨ ਤੋਂ ਬਿਨਾਂ ਇਲਾਜ ਨਹੀਂ। ਆਯੁਰਵੇਦੀ ਦੇ ਵਿੱਚ ਜੇ ਆ ਕੇ ਦੇਖਦੇ ਹਾਂ ਤਾਂ ਜੇ ਉਰੇ ਤੱਕ ਗੱਲ ਪਹੁੰਚੀ ਹੋਏ ਕਿ ਆਪਰੇਸ਼ਨ ਤੱਕ ਦਾ, ਫਿਰ ਹੋ ਜਾਂਦਾ ਇਲਾਜ ਜੀ। ਵੈਸੇ ਜਿਨ੍ਹਾਂ ਨੂੰ ਗਠੀਏ ਦੀ ਪ੍ਰੋਬਲਮ ਹੈਗੀ ਉਹਨਾਂ ਦੇ ਵੱਡੇ ਜੋੜ ਜਿਹੜੇ ਹੈਗੇ ਬਹੁਤ ਘੱਟ ਪ੍ਰਭਾਵਿਤ ਹੁੰਦੇ ਨੇ। ਗਠੀਆ ਮਤਲਬ ਛੋਟੇ ਜੋੜਾਂ 'ਚ ਦਰਦ, ਜਿਵੇਂ ਹੱਥਾਂ 'ਚ ਉਂਗਲੀਆਂ 'ਚ ਟੇਢਾਪਨ ਆ ਜਾਣਾ, ਇੱਥੇ ਗਿੱਠੀਆਂ ਜਿਹੀਆਂ ਬਣ ਜਾਣਾ, ਖੂਨ ਦੀਆਂ ਗੱਠਾਂ ਬਣਨਾ ਜਾਂ ਚਰਬੀ ਦੀਆਂ ਗੱਠਾਂ ਬਣ ਜਾਣਾ, ਇਹ ਗੁੱਟਾਂ ਦਾ ਸੁੱਜ ਜਾਣਾ, ਇੱਥੇ ਕੋਹਨੀਆਂ 'ਚ ਦਰਦ ਹੋਣਾ, ਮੋਢਿਆਂ 'ਚ, ਬਾਕੀ ਸਾਰੇ ਨਸਾਂ ਨਾੜੀਆਂ 'ਚ ਦਰਦ ਹੋਣਾ। ਗਠੀਆ ਆਮ ਤੌਰ 'ਤੇ ਜਿਹੜੇ ਵੱਡੇ ਜੋੜਾਂ ਨੂੰ ਘੱਟ ਪ੍ਰਭਾਵਿਤ ਕਰਦਾ, ਲੇਕਿਨ ਜਿਨ੍ਹਾਂ ਦੇ ਹੋ ਜਾਂਦੇ ਨੇ ਜੋੜ ਪ੍ਰਭਾਵਿਤ, ਉਹਨਾਂ ਦਾ ਵੀ ਆਯੁਰਵੇਦ 'ਚ ਬਹੁਤ ਅੱਛਾ ਜਿਹੜਾ ਹੈਗਾ ਰਿਜ਼ਲਟ ਅਵੇਲੇਬਲ ਹੈ। ਕਿਉਂਕਿ ਤੁਸੀਂ ਇਸ ਬਿਮਾਰੀ ਨੂੰ ਸਮਝੋ, ਜੇ ਤੁਹਾਡਾ ਚੂਲਾ ਖੜ ਗਿਆ ਤੁਹਾਨੂੰ ਕਾਰਨ ਲੱਭਣਾ ਪੈਣਾ। ਜੇ ਤਾਂ ਤੁਹਾਨੂੰ ਗਠੀਆ ਹੈਗਾ ਤਾਂ ਤੁਹਾਨੂੰ ਗਠੀਏ ਨੂੰ ਹੀ ਠੀਕ ਕਰਨਾ ਪਏਗਾ। ਜੇ ਗਠੀਆ ਨਹੀਂ ਹੈ, ਉੱਦਾਂ ਤੁਹਾਨੂੰ ਆਸਟੀਓਆਰਥਰਾਈਟਿਸ ਹੈ, ਫਿਰ ਤੁਸੀਂ ਕਿਤੇ ਜਾ ਕੇ
ਐਕਸੀਡੈਂਟਲ ਇੰਜਰੀ ਹੋਈ ਜਾਂ ਕੁਝ ਵੀ ਹੋਇਆ, ਫਿਰ ਤੁਸੀਂ ਆਪਰੇਸ਼ਨ ਲਈ ਸੋਚ ਸਕਦੇ ਹੋ। ਲੇਕਿਨ ਗਠੀਏ ਕਰਕੇ ਅਗਰ ਤੁਹਾਨੂੰ ਗੋਡੇ 'ਚ ਪ੍ਰੋਬਲਮ ਆ ਰਹੀ ਹੈ ਜਾਂ ਚੂਲੇ 'ਚ ਪ੍ਰੋਬਲਮ ਆ ਰਹੀ ਹੈ, ਮੇਰੇ ਹਿਸਾਬ ਨਾਲ ਫਿਰ ਤੁਹਾਨੂੰ ਥੋੜ੍ਹਾ ਜਿਹਾ ਰੁਕਣਾ ਚਾਹੀਦਾ। ਉਹਦਾ ਕਾਰਨ ਇਹ ਹੈਗਾ ਕਿਉਂਕਿ ਗਠੀਆ ਬਾਅਦ 'ਚ ਇਤਨੀ ਅਗਰ ਡੀਪ ਸਟੇਜ 'ਚ ਪਹੁੰਚਿਆ ਹੋਇਆ ਤਾਂ ਉਹ ਕਿਸੇ ਵੀ ਜੋੜ ਨੂੰ ਪ੍ਰਭਾਵਿਤ ਕਰ ਸਕਦਾ। ਕੱਲ੍ਹ ਨੂੰ ਤੁਹਾਡਾ ਦੂਜਾ ਚੂਲਾ ਵੀ ਖੜ ਸਕਦਾ ਹੈਗਾ ਜਾਂ ਕੱਲ੍ਹ ਨੂੰ ਤੁਹਾਡਾ ਦੂਜੇ ਗੋਡੇ 'ਚ ਵੀ ਪ੍ਰੋਬਲਮ ਆ ਸਕਦੀ ਹੈ। ਇਸ ਕਰਕੇ ਗਠੀਏ ਦੀ ਜਿਹੜੀ ਸਾਰਿਆਂ ਤੋਂ ਪਹਿਲ ਕਰਨੀ ਚਾਹੀਦੀ, ਉਹ ਆਪਣੇ ਖਾਣੇ ਪੀਣੇ ਪਰ ਵਰਕ ਕਰਨਾ ਚਾਹੀਦਾ। ਜਦੋਂ ਤੁਸੀਂ ਇਸ ਸਟੇਜ ਤੋਂ ਸਟਾਰਟ ਕਰ ਲਿਆ ਤਾਂ ਤੁਸੀਂ ਬਹੁਤ ਜਲਦੀ ਤੁਹਾਨੂੰ ਅੱਛੇ ਰਿਜ਼ਲਟਸ ਮਿਲਣਾ ਸ਼ੁਰੂ ਹੋ ਜਾਂਦੇ। ਜਿਵੇਂ ਸਾਡੇ, ਮੈਂ ਆਖਰੀ ਸਵਾਲ ਰਹੂਗਾ, ਜਿਵੇਂ ਸਾਡੇ ਦਰਸ਼ਕ ਦੇਖ ਰਹੇ ਹੁਣ, ਕਈ ਵਾਰ ਕੀ ਹੁੰਦਾ ਕਿ ਬੰਦਾ ਕਹਿੰਦਾ ਹੁੰਦਾ ਯਾਰ ਮੇਰੇ ਕੋਲ ਪਹੁੰਚਣਾ ਔਖਾ ਆ, ਜੀ ਜਾਂ ਕੋਈ ਕੁਝ ਐਕਸਰਸਾਈਜ਼ਾਂ ਦੀ ਗੱਲ, ਇਹ ਐਕਸਰਸਾਈਜ਼ ਨਾਲ ਹੋ ਜਾਂਦਾ ਠੀਕ? ਵੈਸੇ ਜਿਵੇਂ ਸੋਸ਼ਲ ਮੀਡੀਆ ਤੇ ਬੜੀਆਂ ਵੀਡੀਓਜ਼ ਪਈਆਂ ਨੇ, ਮੈਂ ਦੇਖਿਆ ਸੀ ਗੱਲ। ਦੇਖੋ ਗਠੀਆ ਜਿਹੜਾ ਹੈਗਾ ਇਹ ਬਾਹਰੀ ਬਿਮਾਰੀ ਤਾਂ ਹੈ ਹੀ ਹੈ, ਲੇਕਿਨ ਇਹ ਜ਼ਿਆਦਾਤਰ ਬਿਮਾਰੀ ਹੈ ਅੰਦਰ, ਸਰੀਰ ਦੇ ਅੰਦਰ ਬਿਮਾਰੀ ਹੈਗੀ। ਅੰਦਰ ਕੀ ਹੁੰਦਾ ਹੈਗਾ, ਸਵੈਲਿੰਗ, ਸੋਜ ਬਹੁਤ ਜ਼ਿਆਦਾ ਆਈ ਹੁੰਦੀ ਹੈਗੀ। ਤੇ ਇਸ ਬਿਮਾਰੀ 'ਚ ਬੇਸਿਕਲੀ ਮੈਂ ਤੁਹਾਨੂੰ ਸਾਰੇ ਤੋਂ ਪਹਿਲੇ ਮੇਰੀ ਪ੍ਰੈਫਰੈਂਸ ਇਹੀ ਰਹਿੰਦੀ ਕਿ ਮੈਂ ਨਾ ਐਕਸਰਸਾਈਜ਼ਾਂ 'ਚ ਪਾਂ। ਉਹਦਾ ਕਾਰਨ ਇਹ ਹੈਗਾ ਕਿਉਂਕਿ ਕਈ ਵਾਰੀ ਜੇ ਕੋਈ ਬੱਚਾ ਜਾਂ ਜਵਾਨ ਹੈਗਾ ਤਾਂ ਉਹਨੇ ਜ਼ੋਰ ਲਗਾ ਕੇ ਐਕਸਰਸਾਈਜ਼ ਕਰਨੀ ਹੈ, ਜੇ ਬਜ਼ੁਰਗ ਹੈਗਾ ਉਹਨੇ ਹਲਕੇ ਕਰਨੀ ਹੈ। ਜਦੋਂ ਤੁਸੀਂ ਗਠੀਏ ਤੋਂ ਪ੍ਰਭਾਵਿਤ ਹੋ, ਤੁਸੀਂ ਐਕਸਰਸਾਈਜ਼ ਜ਼ੋਰ ਨਾਲ ਕਰਨਾ ਸ਼ੁਰੂ ਕਰਤੀ ਤਾਂ ਦੂਜੇ ਦਿਨ ਤੁਹਾਡੇ ਤੋਂ ਉੱਠਿਆ ਨਹੀਂ ਜਾਣਾ ਬੈੱਡ ਤੋਂ। ਉਹਦਾ ਕਾਰਨ ਹੈ ਕਿਉਂਕਿ ਤੁਹਾਡੇ ਜੋੜਾਂ 'ਚ ਪਹਿਲਾਂ ਹੀ ਸੋਜ ਸੀ, ਤੁਸੀਂ ਐਕਸਰਸਾਈਜ਼ ਕਰ ਲਈ, ਉਹ ਸੋਜ ਵੱਧ ਗਈ, ਤੁਹਾਨੂੰ ਉਹ ਸਹੀ ਤਰੀਕਾ ਨਹੀਂ ਪਤਾ। ਲੇਕਿਨ ਇਹਦਾ ਸਾਰਿਆਂ ਤੋਂ ਜੇ ਅੱਛਾ ਤਰੀਕਾ ਤੁਸੀਂ ਲੱਭਣਾ ਹੈਗਾ ਤਾਂ ਕੁਛ ਨਾ ਕਰੋ, 1 ਘੰਟਾ ਧੁੱਪ 'ਚ ਬਹਿ ਜਾਓ। ਜੇ ਤੁਹਾਨੂੰ ਗਠੀਆ ਹੈਗਾ 1 ਘੰਟਾ ਰੋਜ਼ ਧੁੱਪ 'ਚ ਬੈਠੋ ਔਰ ਉੱਥੇ ਬਿਲਕੁਲ ਹਲਕੀਆਂ ਫੁਲਕੀਆਂ ਐਕਸਰਸਾਈਜ਼ਾਂ ਕਰੋ, ਬਿਲਕੁਲ ਹਲਕੀਆਂ ਹਲਕੀਆਂ ਹੌਲੇ ਜਿਵੇਂ ਆਪਾਂ ਕਿਸੇ ਬੱਚੇ ਨੂੰ ਜਾਂ ਕੋਈ ਬੈੱਡ ਤੇ ਪਿਆ ਮਰੀਜ਼ ਉਹਨੂੰ ਕਰਵਾਉਂਦੇ ਨੇ, ਉੱਦਾਂ ਕਰੋ। ਆਪਣੀਆਂ ਉਂਗਲੀਆਂ ਨੂੰ ਹਿਲਾਓ ਹੌਲੇ ਕਰਕੇ, ਆਪਣੇ ਗੁੱਟਾਂ ਨੂੰ ਹਿਲਾਓ ਕਲੌਕਵਾਈਜ਼ ਐਂਟੀ ਕਲੌਕਵਾਈਜ਼, ਹੌਲੇ ਬਾਹਾਂ ਮੋੜੋ, ਇੱਦਾਂ ਫੋਲਡ ਕਰੋ, ਜਾਂ ਮੋਢਿਆਂ ਦੀ ਐਕਸਰਸਾਈਜ਼ ਕਰੋ ਕਲੌਕਵਾਈਜ਼ ਐਂਟੀ ਕਲੌਕਵਾਈਜ਼, ਇਵੇਂ ਹੀ ਪੈਰਾਂ ਦੀ ਕਰ ਲਓ, ਬਿਲਕੁਲ ਹਲਕੇ। ਜ਼ੋਰ ਬਿਲਕੁਲ ਨਹੀਂ ਲਗਾਉਣਾ, ਜਿਸ ਦਿਨ ਜ਼ੋਰ ਲਗਾ ਲੋਗੇ ਸ਼ਾਮ ਨੂੰ ਹੀ ਬੈੱਡ ਤੇ ਪੈ ਜਾਓਗੇ। ਇਹ ਫਿਰ ਧੁੱਪਾਂ 'ਚ ਤੁਸੀਂ ਕਹਿ ਕੇ ਬੈਠਣਾ, ਇਹਦੇ ਫਿਰ ਕੋਈ ਟਾਈਮਿੰਗ ਹੋਊਗੀ ਕਿ ਸਵੇਰੇ ਕਿੰਨੇ? ਵੈਸੇ ਆਪਣੀ ਜਿਹੜੀ ਪ੍ਰੈਫਰੇਬਲ ਟਾਈਮਿੰਗ ਹੈਗੀ, ਦੇਖੋ ਜੇ ਤੁਹਾਨੂੰ ਕਲਰ ਕੰਪਲੈਕਸ਼ਨ ਨਾਲ ਕੋਈ ਜ਼ਿਆਦਾ ਕੰਸਰਨ ਨਹੀਂ ਕਿ ਵੀ ਮੈਂ ਚਿੱਟਾ ਜਾਂ ਕਾਲਾ ਹੋ ਜਾਊਂਗਾ, ਫਿਰ ਤਾਂ ਤੁਸੀਂ ਜਦੋਂ ਮਰਜ਼ੀ ਬਹਿ ਜਾਓ। ਜੇ ਤੁਹਾਨੂੰ ਫਿਰ ਉਸ ਚੀਜ਼ ਨਾਲ ਥੋੜ੍ਹਾ ਜਿਹਾ ਕੰਪਲੈਕਸ਼ਨ ਹੈਗਾ ਕਿ ਨਹੀਂ ਮੈਨੂੰ ਇੱਦਾਂ ਨਹੀਂ ਹੋਣਾ ਚਾਹੀਦਾ, ਤਾਂ ਪਹਿਲਾਂ ਸਾਰੇ ਸਰੀਰ 'ਚ ਨਾਰੀਅਲ ਤੇਲ ਲਗਾ ਲਓ, ਫਿਰ ਬੈਠ ਜਾਓ, ਠੀਕ ਹੈ। ਜਾਂ ਸਾਰਿਆਂ ਤੋਂ ਸਵੇਰੇ ਵਾਲਾ ਜਿਹੜਾ ਟਾਈਮ ਹੈ ਉਹ ਸਾਰਿਆਂ ਤੋਂ ਬੈਸਟ ਹੁੰਦਾ ਹੈਗਾ, ਜਦੋਂ ਸੂਰਜ ਨਿਕਲਦਾ ਉਦੋਂ ਨਿਕਲਦੇ ਸਾਰੀ ਤੁਸੀਂ ਬਹਿ ਜਾਓ, ਤੁਹਾਨੂੰ ਵਿਟਾਮਿਨ D3 ਵੀ ਪੂਰੀ ਹੋ ਜਾਣੀ ਹੈਗੀ ਔਰ ਤੁਹਾਡੇ ਜਿਹੜੇ ਜੋੜ ਹੈਗੇ ਉਹ ਵੀ ਬਿਲਕੁਲ ਲਾਈਟ ਹੋ ਜਾਣਗੇ। ਹੁਣ ਤੁਸੀਂ ਇੱਥੇ ਸਮਝੋ ਕਿ ਧੁੱਪ 'ਚ ਬੈਠਣ ਨਾਲ ਹੁੰਦਾ ਕੀ ਹੈਗਾ। ਮੈਂ ਤੁਹਾਨੂੰ ਦੱਸਦੀ ਹਾਂ, ਜਿਹੜੇ ਵੀ ਗਠੀਏ ਦੇ ਮਰੀਜ਼ ਹੈਗੇ ਉਹਨਾਂ ਦੀਆਂ ਦਰਦਾਂ ਰਾਤ ਤੋਂ ਬਾਅਦ ਜ਼ਿਆਦਾ ਵੱਧਦੀਆਂ ਹੈਗੀਆਂ ਜਦੋਂ ਉਹ ਬੈੱਡ 'ਚ ਪੈ ਜਾਂਦੇ ਨੇ। ਜਦੋਂ ਉਹ ਸਵੇਰੇ ਉੱਠ ਗਏ, ਹੌਲੇ ਉੱਠ ਕੇ ਆਪਣਾ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਲਿਆ, ਫਿਰ ਉਹਨਾਂ ਦੀਆਂ ਦਰਦਾਂ ਘਟਦੀਆਂ ਚੱਲਦੀਆਂ ਨੇ ਕਿਉਂਕਿ ਉਹਨਾਂ ਦੇ ਮਸਲਸ ਰਿਲੈਕਸ ਹੋ ਜਾਂਦੇ ਨੇ, ਸਾਰੇ ਸਰੀਰ 'ਚ ਖੂਨ ਦਾ ਪ੍ਰਵਾਹ, ਦੌਰਾ ਜਿਹੜਾ ਹੈਗਾ ਉਹ ਆਪਣੀ ਨੋਰਮਲ ਚਾਲ ਨਾਲ ਪਹੁੰਚ ਜਾਂਦਾ ਹੈਗਾ। ਜਦੋਂ ਰਾਤ ਨੂੰ ਆਪਾਂ ਪੈ ਜਾਂਦੇ ਨੇ, ਆਪਣਾ ਸਰੀਰ 8 ਤੋਂ 10 ਘੰਟੇ ਬੈੱਡ 'ਚ ਇੱਕ ਤਰ੍ਹਾਂ ਤੋਂ ਨਿਸ਼ਕ੍ਰਿय ਪਿਆ ਹੁੰਦਾ ਹੈਗਾ, ਕੋਈ ਹਲਚਲ ਨਹੀਂ ਹੁੰਦੀ ਹੈਗੀ। ਤੇ ਇੱਦਾਂ ਦੇ ਸਰੀਰ ਜਿਨ੍ਹਾਂ ਨੂੰ ਗਠੀਏ ਦੀ ਦਿੱਕਤ ਹੈ ਨਾ, ਉਹਨਾਂ ਨੂੰ ਇੰਟਰਨਲ ਬਲੋਕੇਜ ਬਹੁਤ ਜ਼ਿਆਦਾ ਹੁੰਦੀ ਹੈਗੀ। ਤੇ ਜਦੋਂ ਆਪਾਂ ਧੁੱਪ 'ਚ ਬਹਿ ਜਾਂਦੇ ਨੇ ਉਦੋਂ ਇੱਕਦਮ ਗਰਮਾਹਟ ਦੇ ਨਾਲ ਜਿਹੜਾ ਆਪਣੇ ਖੂਨ ਦਾ ਦੌਰਾ ਹੈਗਾ ਉਹ ਵਧਣਾ ਸ਼ੁਰੂ ਹੋ ਜਾਂਦਾ ਔਰ ਤੁਸੀਂ ਦੇਖੋਗੇ, ਤੁਸੀਂ 15 ਮਿੰਟ ਧੁੱਪ 'ਚ ਬੈਠੋਗੇ ਤੁਹਾਡਾ ਫੇਸ ਲਾਲ ਹੋ ਜਾਏਗਾ। ਜੇ ਬਾਂਹ 'ਚ ਡਾਇਰੈਕਟਲੀ ਧੁੱਪ ਪਏਗੀ ਤਾਂ ਬਾਹਾਂ ਲਾਲ ਹੋ ਜਾਣਗੀਆਂ, ਤੁਹਾਨੂੰ ਗਰਮੀ ਲੱਗੇਗੀ। ਇਹ ਬਹੁਤ ਅੱਛੇ ਸਿੰਪਟਮਸ ਹੁੰਦੇ ਨੇ ਗਠੀਏ ਦੇ। ਤੇ ਜੇ ਤੁਸੀਂ ਐਕਸਰਸਾਈਜ਼ ਦੀ ਵੱਲ ਥੋੜ੍ਹਾ ਜਿਹਾ ਘੱਟ ਧਿਆਨ ਦੇ ਕੇ ਧੁੱਪ 'ਚ ਬੈਠਣੇ ਵੱਲ ਧਿਆਨ ਦਿਓਗੇ ਤਾਂ ਬਹੁਤ ਹੀ ਵਧੀਆ ਤੁਹਾਨੂੰ ਰਿਜ਼ਲਟਸ ਮਿਲਣਗੇ ਇਸ ਚੀਜ਼ ਦੇ। ਜਿਵੇਂ ਕਿ ਮੈਮ ਮੇਰਾ ਆਖਰੀ ਸਵਾਲ ਰਹੂਗਾ ਕਿ ਚਲੋ ਤੁਸੀਂ ਕਹਿ ਦਿੰਦੇ ਹੋ ਕਿ ਭਾਈ ਆਯੁਰਵੈਦਿਕ ਨਾਲ ਤੁਸੀਂ ਠੀਕ ਕਰਨਾ, ਮੈਂ ਕਹਿਣਾ ਨਹੀਂ ਚਾਹੁੰਦਾ ਕਿਸੇ ਨੂੰ ਗਲਤ ਵੀ, ਪਰ ਇੱਕ ਸਵਾਲ ਹੁੰਦਾ ਅਕਸਰ ਕਿ ਭਾਈ ਫਿਰ ਅੰਗਰੇਜ਼ੀ ਡਾਕਟਰ ਵਾਲੇ ਕਾਹਦੇ ਕਹਿੰਦੇ ਨੇ ਕਿ ਤੁਹਾਨੂੰ ਸਾਰੀ ਉਮਰ ਦਵਾਈ ਖਾਣੀ ਪੈਣੀ ਹੈ? ਐਕਚੁਅਲੀ ਦੇਖੋ, ਕਿਉਂਕਿ ਉਹਨਾਂ ਕੋਲ ਸ਼ਾਇਦ ਮੇ ਵੀ ਹੋ ਸਕਦਾ ਕਿ ਉਹਨਾਂ ਕੋਲ ਹੱਲ ਇਸ ਚੀਜ਼ ਦਾ ਨਾ ਹੋਵੇ ਔਰ ਕਈ ਵਾਰੀ ਜਿਹੜੇ ਪੇਸ਼ੈਂਟਸ ਹੈਗੇ, ਇਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਆਮ ਬਿਮਾਰੀ ਨਹੀਂ ਹੈਗੀ, ਠੀਕ ਹੈ। ਇੱਕ ਸਿੰਪਲ ਜੋੜਾਂ ਦੀ ਦਰਦ ਨਹੀਂ ਹੈਗੀ ਕਿ 10-15 ਦਿਨ 2 ਮਹੀਨੇ ਦਵਾਈ ਖਾ ਲਈ ਤੇ ਤੁਸੀਂ ਠੀਕ ਹੋ ਜਾਓਗੇ। ਹੌਲੇ ਅਕੋਰਡਿੰਗ ਟੂ ਐਲੋਪੈਥਿਕ ਮੈਡੀਸਨਸ ਕੀ ਹੁੰਦਾ, ਇਹਨੂੰ ਆਪਾਂ ਆਟੋਇਮਿਊਨ ਡਿਜ਼ੀਜ਼ਿਸ ਦੀ ਕੈਟਾਗਰੀ 'ਚ ਰੱਖਦੇ ਨੇ, ਜਿਹਨੂੰ ਵੈਸਟਰਨ ਮੈਡੀਕੇਸ਼ਨ ਦੀ ਜਿਹੜੀ ਆਈਡੀਓਲੋਜੀ ਹੈ ਉਹ ਸਮਝਦੀ ਹੈ ਕਿ ਬਹੁਤ ਸਾਲ ਦਵਾਈ ਖਾਣਗੇ ਤਾਂ ਪੇਸ਼ੈਂਟ ਠੀਕ ਹੋ ਸਕਦੇ ਨੇ। ਲੇਕਿਨ ਅੱਜ ਦੇ ਟਾਈਮ 'ਚ ਈਵਨ ਵੈਸਟਰਨ ਮੈਡੀਕੇਸ਼ਨ ਵੀ ਇਹ ਕਲੇਮ ਕਰਦਾ, WHO ਵੀ ਇਹ ਕਲੇਮ ਕਰਦਾ ਕਿ ਕਾਫੀ ਤਰ੍ਹਾਂ ਦਾ ਜਿਹੜਾ ਗਠੀਆ ਹੈਗਾ ਉਹਨੂੰ ਰਿਵਰਸ ਕੀਤਾ ਜਾ ਸਕਦਾ ਹੈ। ਕਿਉਂਕਿ ਜੇ ਇਸ ਬਿਮਾਰੀ ਦਾ ਆਧਾਰ ਤੁਹਾਡਾ ਲਾਈਫ ਸਟਾਈਲ ਹੈ, ਤੁਹਾਡਾ ਖਾਣਾ ਪੀਣਾ ਹੈ, ਤਾਂ ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਖਾਣਾ ਪੀਣਾ ਸਹੀ ਕਰੋਗੇ ਤਾਂ ਬਿਮਾਰੀ ਸਹੀ ਨਹੀਂ ਹੋਏਗੀ? 100% ਸਹੀ ਹੋਏਗੀ। ਇਸ ਕਰਕੇ ਆਯੁਰਵੇਦ ਜਿਹੜਾ ਜਦੋਂ ਕੰਮ ਕਰਨਾ ਸਟਾਰਟ ਕਰਦਾ ਨਾ, ਉਹ ਤੁਹਾਡੇ ਖਾਣੇ ਪੀਣੇ 'ਤੇ ਕੰਮ ਕਰਨਾ ਸਟਾਰਟ ਕਰਦਾ, ਦਵਾਈਆਂ ਉਹਦੇ 'ਚ ਸੈਕੰਡਰੀ ਆ ਜਾਂਦੀਆਂ ਨੇ।
ਪਹਿਲਾਂ ਡਾਈਟ ਨੂੰ ਫੋਲੋ ਡਾਈਟ ਉਹੀ ਮੈਂ ਕਹਿ ਰਹੀ ਹਾਂ ਕਿ ਡਾਈਟ ਫੋਲੋ ਕਰਨੀ ਪੈਂਦੀ ਹੈ ਇਸ ਬਿਮਾਰੀ 'ਚ, ਬਹੁਤ ਜ਼ਰੂਰੀ ਹੈ। ਜੇ ਤੁਸੀਂ ਕਹੋਗੇ ਕਿ ਮੈਂ ਡਾਈਟ ਫੋਲੋ ਨਹੀਂ ਕਰਨੀ, ਫਿਰ ਤਾਂ ਦਵਾਈ ਸਾਰੀ ਉਮਰ ਚੱਲੇਗੀ। ਸਾਰੀ ਉਮਰ ਚੱਲੇਗੀ। ਹਾਂ, ਜੇ ਕਹੋਗੇ ਕਿ ਮੈਂ ਡਾਈਟ ਫੋਲੋ ਕਰ ਲੂੰਗਾ, ਫਿਰ ਤੁਸੀਂ ਨਿਜਾਤ ਪਾ ਸਕਦੇ ਹੋ ਬਹੁਤ ਜਲਦੀ। ਬਹੁਤ ਬਹੁਤ ਧੰਨਵਾਦ ਮੈਮ, ਤੁਸੀਂ ਆਪਣਾ ਸਮਾਂ ਦਿੱਤਾ। ਜਿਵੇਂ ਕਿ ਦਰਸ਼ਕੋ ਗੱਲ ਇਹ ਇੱਦਾਂ ਆ ਜਾਂਦੀ ਹੈ ਕਿ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਤੁਸੀਂ ਸਵਸਥ ਰਹੋ, ਤੰਦਰੁਸਤ ਰਹੋ। ਜਿਵੇਂ ਕਿ ਕੁਝ ਦਰਸ਼ਕ ਹੋਣਗੇ ਜਿਹੜੇ ਦੇਖ ਰਹੇ ਹੋਣਗੇ ਕਿ ਸੰਪਰਕ ਕਰਨਾ ਚਾਹੁੰਦੇ ਹੋਣ ਕਿ ਗੱਲਬਾਤ ਕਰ ਲਈਏ, ਮੈਮ ਤੱਕ ਸੰਪਰਕ ਕਰ ਲਈਏ, ਮੈਂ ਮੋਬਾਈਲ ਨੰਬਰ ਜ਼ਰੂਰ ਦੱਸ, ਮੈਮ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ। ਹਾਂਜੀ, ਆਪਣੇ ਜਿਹੜੇ ਵੈਸੇ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਸਕਰੀਨ 'ਚ ਫਲੈਸ਼ ਔਨ ਹੋ ਜਾਣਗੇ। ਜਿਸ ਕਿਸੇ ਨੂੰ ਵੀ ਪੇਸ਼ੈਂਟ ਨੂੰ ਦਿੱਕਤ ਆਉਂਦੀ ਹੈ ਕਿਸੇ ਵੀ ਤਰ੍ਹਾਂ ਦੀ, ਉਹ ਤੁਸੀਂ ਸਾਨੂੰ ਸੰਪਰਕ ਕਰਕੇ ਇੱਥੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਔਰ ਇਹਦਾ ਇਲਾਜ ਵੀ ਬਹੁਤ ਜ਼ਿਆਦਾ ਈਜ਼ੀ ਹੈ, ਸੌਖਾ ਹੈ, ਕੋਈ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਦਬਾਅ ਵੀ ਨਹੀਂ ਪੈਂਦਾ ਹੈਗਾ ਇੱਦਾਂ ਦੇ ਕਿਸੇ ਪੇਸ਼ੈਂਟ ਲਈ। ਔਰ ਆਪਾਂ ਤਾਂ ਈਵਨ ਇਹ ਵੀ ਕਰਦੇ ਕਿ ਜਿਹੜਾ ਪੇਸ਼ੈਂਟ ਬੜਾ ਹੀ ਗਰੀਬ ਹੈਗਾ, ਆਪਾਂ ਉਹਨੂੰ ਫਿਰ ਵੀ ਇੱਥੇ ਪ੍ਰਾਥਮਿਕਤਾ ਦਿੰਦੇ ਹੈਗੇ, ਸੋ ਦੈਟ ਕਿ ਉਹਨੂੰ ਫਾਈਨੈਂਸ਼ੀਅਲੀ ਬਰਡਨ ਵੀ ਨਾ ਲੱਗੇ ਔਰ ਉਹ ਬਿਲਕੁਲ ਵੀ ਠੀਕ ਹੋ ਜਾਏ। ਠੀਕ ਹੈ, 92 165 35 500 ਇਹ ਆਪਣਾ ਫ਼ੋਨ ਨੰਬਰ ਹੈਗਾ। ਬਾਕੀ ਸਾਰੇ ਨੰਬਰ ਸਕਰੀਨ 'ਚ ਫਲੈਸ਼ ਔਨ ਹੋ ਜਾਣਗੇ, ਤਾਂ ਤੁਸੀਂ ਚਾਹੇ ਸਾਡੀ ਵੈਬਸਾਈਟ ਤੇ ਜਾ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਇਹਨਾਂ ਨੰਬਰਾਂ ਤੇ ਫੋਨ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਮੈਮ, ਤੁਸੀਂ ਆਪਣਾ ਸਮਾਂ ਦਿੱਤਾ। ਜਿਵੇਂ ਕਿ ਦਰਸ਼ਕੋ ਗੱਲ ਐਂ ਆ ਜਾਂਦੀ ਹੈ ਕਿ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕੁਝ ਘਰੇਲੂ ਨੁਸਖੇ ਵੀ ਦੱਸੀਏ। ਜਿਵੇਂ ਮੈਮ ਨੇ ਵੀ ਦੱਸਿਆ ਕਿ ਜਿਨ੍ਹਾਂ ਦੇ ਪ੍ਰੋਬਲਮ ਆ ਰਹੀ ਆ ਉਹ ਧੁੱਪਾਂ 'ਚ ਬੈਠ ਕੇ ਤੇਲ ਲਗਾ ਕੇ ਆਪਣੇ ਘਰੇਲੂ ਨੁਸਖੇ ਨਾਲ ਵੀ ਇਲਾਜ ਕਰ ਸਕਦੇ ਨੇ। ਨਹੀਂ ਤਾਂ ਅਸੀਂ ਮੋਬਾਈਲ ਨੰਬਰ ਦੱਸ ਦਿੱਤਾ ਹੈ, ਤੁਸੀਂ ਉਰੇ ਪਹੁੰਚ ਕਰ ਸਕਦੇ ਹੋ। ਲੁਧਿਆਣਾ ਮਾਡਲ ਟਾਊਨ ਦੇ ਵਿੱਚ ਸਥਿਤ ਹੈ ਇਹ। ਤੁਸੀਂ ਜਦ ਮਰਜ਼ੀ ਫੋਨ ਕਰਕੇ ਮੈਮ ਨਾਲ ਗੱਲਬਾਤ ਕਰ ਸਕਦੇ ਹੋ, ਆਪਣੀ ਜਿਹੜੀ ਪ੍ਰੋਬਲਮ ਆ ਉਹ ਦੱਸ ਸਕਦੇ ਹੋ। ਜੇ ਉਹ ਕੋਸ਼ਿਸ਼ ਕਰਨਗੇ ਕਿ ਜਲਦੀ ਤੋਂ ਜਲਦੀ ਤੁਹਾਨੂੰ ਜਿਵੇਂ ਨਾ ਦੁੱਖ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੀ। ਉਮੀਦ ਇਹੀ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ। ਕੀ ਪਤਾ ਯਾਰ ਤੁਹਾਡੇ ਇੱਕ ਸ਼ੇਅਰ ਨਾਲ ਕੋਈ ਦੁੱਖ ਨਾਲ ਜਾਂ ਦਰਦ ਨਾਲ ਜੂਝ ਰਿਹਾ ਹੋਵੇ, ਤੁਹਾਡੇ ਇੱਕ ਸ਼ੇਅਰ ਨਾਲ ਉਹਨੂੰ ਇੱਕ ਆਸਰਾ ਹੀ ਮਿਲ ਜਾਵੇ। ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ। ਤਦ ਤੱਕ ਲਈ ਮੈਨੂੰ ਜਾਣੀ ਹਰਵਿੰਦਰ ਖੰਨੇ ਨੇ ਦੋ ਇਜਾਜ਼ਤ ਦੇ ਰਹੋ। ਰਹਿਮਤ ਟੀਵੀ, ਧੰਨਵਾਦ।